ਸਤਿ ਸ਼੍ਰੀ ਅਕਾਲ। ਤੁਸੀਂ ਬਣੇ ਹੋਏ ਹੋ ਦਾ ਟੀਵੀ ਐਨਆਰਆਈ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮੁਕਤਾ। ਦੇਸ਼ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹੇ ਮੌਕੇ ਪੂਰੇ ਦੇਸ਼ ਵਿੱਚ ਕਰੋਨਾ ਦੀ ਲਹਿਰ ਤੋਂ ਬਚਣ ਲਈ ਸਰਕਾਰਾਂ ਆਪਣੇ ਪੱਧਰ ਤੇ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਉੱਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਇਸ ਤੋਂ ਬਚਾਉਣ ਵਾਸਤੇ ਕਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਦੇ ਇਸ ਪ੍ਰਯਾਸ ਤੋਂ ਬਾਅਦ ਸੂਬੇ ਦੇ ਤਕਰੀਬਨ ਸਾਰੇ ਲੋਕ ਪਹਿਲੀ ਡੋਜ਼ ਲਗਵਾ ਚੁੱਕੇ ਨੇ ਤੇ ਹੁਣ ਦੂਸਰੀ ਡੋਜ਼ ਦੀ ਉਡੀਕ ਹੈ। ਉੱਥੇ ਹੀ ਵੈਕਸੀਨ ਨੂੰ ਲੈ ਕੇ ਕਾਫੀ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਦੇਸ਼ ਵਿੱਚ ਕਰੋਨਾ ਵੈਕਸੀਨ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਤੇ ਆਮ ਜਨਤਾ ਨੂੰ ਹੋ ਰਹੀ ਅਸੁਵਿਧਾ ਦੇ ਸਿਲਸਿਲੇ ਲਗਾਤਾਰ ਜਾਰੀ ਨੇ। ਤੇ ਹੁਣ ਇਸ ਵਿੱਚ ਇੱਕ ਨਵਾਂ ਮਾਮਲਾ ਦੇਖਣ ਨੂੰ ਮਿਲਿਆ ਹੈ। ਜਦੋਂ ਇੱਕ ਦੰਪਤੀ ਨੇ ਕਰੋਨਾ ਵੈਕਸੀਨ ਨੂੰ ਲੈ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਤਾਂ ਪਤਾ ਚੱਲਿਆ ਕਿ ਉਹਨਾਂ ਨੂੰ ਪਹਿਲੇ ਹੀ ਵੈਕਸੀਨ ਲੱਗ ਚੁੱਕੀ ਹੈ ਤੇ ਬਕਾਇਦਾ ਉਹਨਾਂ ਨੂੰ ਵਿਭਾਗ ਨੇ ਸਰਟੀਫਿਕੇਟ ਵੀ ਦੇ ਦਿੱਤਾ ਹੈ। ਜਦਕਿ ਦੰਪਤੀ ਨੇ ਦੱਸਿਆ ਕਿ ਉਹਨਾਂ ਨੇ ਹਜੇ ਕਰੋਨਾ ਦਾ ਪਹਿਲਾ ਟੀਕਾ ਵੀ ਨਹੀਂ ਲਗਵਾਇਆ, ਜਦਕਿ ਵਿਭਾਗ ਨੇ ਇਸ ਗੱਲ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ, ਜਿੱਥੇ ਅੱਜ ਸਿਵਲ ਹਸਪਤਾਲ ਵਿੱਚ ਵੈਕਸੀਨ ਨੂੰ ਲੈ ਕੇ ਹੰਗਾਮਾ ਹੋ ਗਿਆ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਵੈਕਸੀਨੇਸ਼ਨ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਆਏ ਫਗਵਾੜਾ ਦੇ ਰਹਿਣ ਵਾਲੇ ਦੰਪਤੀ ਰਾਮ ਨਰੇਸ਼ ਤੇ ਪ੍ਰੀਤੀ ਨੂੰ ਟੀਕਾ ਲਗਵਾਉਣ ਤੋਂ ਪਹਿਲੇ ਹੀ ਵੈਕਸੀਨੇਸ਼ਨ ਡਨ ਦਾ ਮੈਸੇਜ ਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾ ਹੈ, ਜਦੋਂ ਇੱਕ ਦੰਪਤੀ ਨੇ ਟੀਕਾਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਨੂੰ ਫੋਨ ਤੇ ਮੈਸੇਜ ਰਾਹੀਂ ਟੀਕਾ ਲਗਵਾਉਣ ਦੀ ਤਾਰੀਖ ਦਿੱਤੀ ਗਈ ਸੀ ਕਿ ਉਹ ਦੰਪਤੀ 7 ਮਈ ਨੂੰ ਸਿਵਲ ਹਸਪਤਾਲ ਪਹੁੰਚ ਕੇ ਟੀਕਾ ਲਗਵਾ ਸਕਦਾ ਹੈ। ਪਰ ਟੀਕਾ ਲਗਵਾਉਣ ਆਏ ਪਰਿਵਾਰ ਨੇ ਦੱਸਿਆ ਕਿ ਉਹ ਸਵੇਰ ਤੋਂ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਹਜੇ ਬਾਹਰ ਹੀ ਬੈਠੇ ਸਨ ਕਿ ਇਸੇ ਦੌਰਾਨ ਉਹਨਾਂ ਦੇ ਫੋਨ ਤੇ ਸਰਕਾਰੀ ਮੈਸੇਜ ਆਉਂਦਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦਾ ਟੀਕਾਕਰਨ ਸਫਲਤਾਪੂਰਵਕ ਹੋ ਗਿਆ ਹੈ। ਇਸ ਤੋਂ ਬਾਅਦ ਗੁੱਸਾਏ ਪਰਿਵਾਰ ਨੇ ਹਸਪਤਾਲ ਵਿਖੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ, ਪਰ ਕੋਈ ਵੀ ਅਧਿਕਾਰੀ ਮੌਜੂਦ ਨਾ ਹੋਣ ਕਰਕੇ ਸੰਪਰਕ ਨਹੀਂ ਹੋ ਪਾਇਆ। ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਵਿੱਚ ਪਰਿਵਾਰ ਨੇ ਸਰਕਾਰੀ ਪ੍ਰਬੰਧਾਂ ਨੂੰ ਦੋਸ਼ੀ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਥਿਤੀ ਨੂੰ ਸਾਂਭਣ ਵਾਸਤੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ, ਜਿਸ ਦੇ ਚੱਲਦੇ ਇਹ ਸਭ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਨਾਲ ਜਦੋਂ ਇਹ ਘਟਨਾ ਵਾਪਰੀ ਤੇ ਉਹਨਾਂ ਨੂੰ ਸਮਝ ਆਇਆ ਕਿ ਵਾਕਈ ਟੀਕਾਕਰਨ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਵਿੱਚ ਕਮੀ ਹੈ। ਇਸ ਮੌਕੇ ਤੇ ਹਸਪਤਾਲ ਪ੍ਰਸ਼ਾਸਨ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵੱਲੋਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ। ਉੱਥੇ ਇਸ ਸੰਬੰਧ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਜਦੋਂ ਛਾਣਬੀਨ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਸ ਤਰ੍ਹਾਂ ਦੇ ਬਹੁਤ ਵੈਕਸੀਨ ਧਾਰਕ ਨੇ ਜਿਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ ਤੇ ਵੈਕਸੀਨ ਦੇ ਲਈ ਵਿਭਾਗ ਦੇ ਚੱਕਰ ਲਗਾਉਣੇ ਪੈ ਰਹੇ ਨੇ ਤੇ ਵਿਭਾਗ ਅਧਿਕਾਰੀ ਬਿਨਾਂ ਕੈਮਰੇ ਦੇ ਸਾਹਮਣੇ ਆਏ ਕਹਿ ਰਹੇ ਨੇ ਕਿ ਸਿਸਟਮ ਵਿੱਚ ਖਰਾਬੀ ਹੋਣ ਕਰਕੇ ਇਹ ਸਭ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਟੀਕਾਕਰਨ ਮੁਹਿੰਮ ਨੂੰ ਲੈ ਕੇ ਸਾਰੇ ਇੰਤਜ਼ਾਮ ਠੀਕ ਕੀਤੇ ਜਾਣ ਤਾਂ ਜੋ ਉਹਨਾਂ ਨੂੰ ਟੀਕਾ ਲਗਵਾਉਣ ਆਉਣ ਲਈ ਪਰੇਸ਼ਾਨੀ ਨਾ ਹੋਵੇ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਦੇ ਜ਼ਰੀਏ ਜ਼ਰੂਰ ਸਾਡੇ ਤੱਕ ਪਹੁੰਚਾਓ। डिस्ट्रिक्ट से तो कोई लेना देना सरकार की ओर से ये है कहा गया पोर्टल खोल के मेरा अपॉइंटमेंट डेट ही नहीं मिलती मुझे। अगर होशियारपुर होता बिल्कुल तो मेरा वहाँ एक्सेप्टेबल नहीं होता। मेरे साथ ये हुआ कि आज होशियारपुर डिस्ट्रिक्ट में कोविड-19 का जो कोरोना वैक्सीन का टीका लग रहा वो पोर्टल खुला था, तो हमने उस पर अपनी अपॉइंटमेंट डेट ली थी। तो मैंने और मेरी वाइफ ने दोनों ने अप्लाई किया था, तो हमें आज की डेट का अपॉइंटमेंट डेट मिल गया था। उसमें टाइम 3 बजे से 6 बजे का दिया था और उसमें हमें विलेज 2 दिए थे। एक विलेज दिया था शेरगढ़ होशियारपुर में और दूसरा विलेज दिया था सारी पिंड। तो मैं सबसे पहले सारी पिंड शेरगढ़ पिंड में गया था, तो वहाँ वैक्सीनेशन के लिए कोई भी बंदा नहीं था, कोई नहीं था, वहाँ नहीं मिला था। फिर उसके बाद मैं सारी पिंड गया था। सारी पिंड में भी 2 बजे तक उन्होंने वहाँ होगा कोई डॉक्टर, उसके बाद उन्होंने बोला कि 2 बजे के बाद यहाँ कोई नहीं है जी। फिर मैं वहाँ से सिविल हॉस्पिटल की तरफ चला जी CMO से मिलने के लिए, कि वहाँ जाके मैं बताऊँ कि मुझे ये वैक्सीन के लिए क्यों बुलाया गया जब आप वैक्सीन लगा ही नहीं रहे, क्योंकि मैं 40 किलोमीटर चल के आया था। तो दूसरी बात, जब मैं CMO से मिलने गया था सिविल हॉस्पिटल, तो वहाँ पे टाइम ज़्यादा हो गया था, 4:45 बज गए थे। तो वहाँ एक मैडम से मैं मिला था, नर्स से। उसने बोला कि वो CMO साहब तो चले गए। तो मैंने कहा जी उनसे नीचे इंचार्ज कोई होगा। उसने कहा SMO होते हैं जी। मैंने कहा उनसे मिला दो। उन्होंने कही जी कि वो भी चले गए। फिर उन्होंने कहा कि कल आप 8 बजे से 2 बजे तक वो बैठेंगे, आप आके मिलिएगा। मैंने उन्हें ये बताया कि मैडम ये बताइए, जब मुझे वैक्सीनेशन हुआ ही नहीं, मुझे टीका लगा ही नहीं, तो मेरे फ़ोन पे एक मैसेज आ गया
उसमें लिखा कि फर्स्ट डोज आपका सक्सेसफुली हो गया और मुझे टीका लगाया ही नहीं। फिर मैंने अपना पोर्टल खोला तो उसमें मेरी और मेरी वाइफ का दोनों का ही सर्टिफिकेट इशू हो गया कि उसमें इस डेट को आपको ये बैच नंबर का कौन सी वैक्सीन लगाई वो भी आ गई और उसमें डॉक्टर का नाम भी आ रहा है और हंसी उत्थे गई नहीं और ना हमें टीका लगाया गया। हाँ, ये तो एक तरह से घपलाबाजी हो रही है जी। टीके बेचे जा रहे होंगे जो टीके नहीं लगे। आज मेरे कागज़ में मेरे नाम से एक टीका इशू हो गया और वो लगा मुझे है नहीं, तो वो टीका गया कहाँ? जब टीका ही नहीं लगा तो आपके कागज़ में तो इशू हो गया। अब मुझे फर्स्ट डोज लगेगी नहीं, दूसरी डोज जाके लगनी है, तो मेरा फर्स्ट डोज का कौन देखेगा कि लगी कि नहीं लगी? 40 किलोमीटर चढ़ के आए थे, हमें परेशानी झेलनी पड़ी कि अपना घर का काम काज छोड़ के आना, हमें भी बहुत दिक्कत होती है ना अपने घर से आने के लिए। तो नहीं, हम यहाँ नहीं रहते हैं, फकवाड़ा में ही रहते हैं। सिर्फ इंजेक्शन के लिए आप आए थे? हाँ जी, इंजेक्शन के लिए यहाँ आए थे। तो यहाँ आके आपको मतलब क्या क्या परेशानी झेलनी पड़ी? हमें बहुत परेशानी झेलनी पड़ी है। हम यहाँ आके हमें किए था बस इंजेक्शन के लिए आए थे। शायद कितना टाइम हो गया घूमते घूमते, कुछ नहीं हुआ, नहीं इंजेक्शन लगाए, लेकिन बाद में आया इंजेक्शन लग चुका है। फिर इंजेक्शन नहीं लगा, आया है तो कहाँ गया फिर इंजेक्शन। ਤੇ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਪੀੜਿਤ ਦੰਪਤੀ ਨੇ ਜੋ ਉਹਨਾਂ ਦੇ ਨਾਲ ਹਸਪਤਾਲ ਵਿੱਚ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਦੀ ਲੇਟੈਸਟ ਅਪਡੇਟ ਵਾਸਤੇ ਬਨੇ ਰਹੋ ਦਾ ਟੀਵੀ NRI ਦੇ ਨਾਲ।